ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸਚ ਜੁਗਾਦ ਸਚ ਹੈ ਭੀ ਸਚ। ਨਾਨਕ ਹੋਸੀ ਭੀ ਸਚ। कहाँ बुद्ध प्रभ तुच्छ हमारे, बर न सकै महिमा जो तिहारी। हम ना सकत कर सिफत तुम्हारी, आप लियो तुम कथा सुधारी। सतनाम वाहिगुरु साहिब जी। सोरठ महला पहला। हों पापी पतत परम पाखंडी, तू निर्मल निरंकारी। अमृत चाख परम रस राते, ठाकुर शरण तुम्हारी। करता तू मैं मान निमाणे, मान महत नाम धन पल्लै। साचै शब्द समाणे रहाओ, तू पूरा हम ऊरे होछे। तू गौरा हम होरे, तुझी मन राते ऐनस प्रभाते। हर रसना जप मन रे, तुम साचे हम तुम ही राचे। शब्द भेद साचे, नाम रते से सूचे। मर जन्मे से काचे, अवर ना दिसै किसा लाई। तिसै शरीक न कोई, परणवत नानक दासन दासा। गुरमत जानिया सोई, अवर न दिसै किसा लाई। तिसै शरीक न कोई, परणवत नानक दासन दासा। गुरमत जानिया सोई। वाहिगुरु जी का खालसा, वाहिगुरु जी की फतेह। परम सत्कारयोग सतगुरु जी की साजी निवाजी गुरु रूप गुरु खालसा साध संगत जीओ। सतगुरु पातशाह जी ने बख्शिश की है, अमृत वेले तो सतसंगत करन दा वडभागा समा बख्शिश कीता है। सतगुरु जी की कृपा सदका गुरबाणी की जो लड़ीवार कथा चल रही है, सिंपल करके आवाज ला मेरे वाले जो इस पावन स्थान ते गुरबाणी की लड़ीवार कथा चल रही है, जिसके तहत सोठ राग दे विच श्री गुरु नानक देव महाराज जी का ये पंजवां शब्द, वाहिगुरु चौथा शब्द इत्थे ये आया है। सतगुरु पातशाह जी पावन शब्द के द्वारा जो उपदेश बख्शिश कर रहे हैं, जदों कोई गुरमुख साधना दे विच सफल हुंदा है, तां अकाल पुरख वाहिगुरु दी जो अपार वडियाई है वो दिखाई देन लग पैंदी है, सुनाई देन लग पैंदी है। समग्र रूप दे विच तां कोई भी वाहिगुरु की वडियाई नूं कथन नहीं कर सकता। जिवें कोई मनुख अखां तो हीणा है, कन्नां तो बोला है, उसनूं ना तो ये धरती दिखाई दे रही है, ना आसमान दिखाई दे रहा है, और ना ही कुछ सुनाई दे रहा है। ਉਹਦੀਆਂ ਅੱਖਾਂ ठीक हो गई, ਉਹਦੇ ਕੰਨ ठीक हो गए,
ਤਾਂ ਉਹ ਇਸ ਬ੍ਰਹਿਮੰਡ ਨੂੰ ਵੇਖ ਸਕਦਾ ਹੈ, ਸੁਣ ਸਕਦਾ ਹੈ ਇੱਥੇ ਕਿਸ ਤਰ੍ਹਾਂ ਦੀਆਂ ਆਵਾਜ਼ਾਂ ਹੋ ਰਹੀਆਂ ਹਨ। ਪਰ ਸਾਰੇ ਬ੍ਰਹਿਮੰਡ ਨੂੰ ਨਹੀਂ ਵੇਖ ਸਕਦਾ। ਆਪਾਂ ਤਾਂ ਇਹ ਸਾਰੀ ਧਰਤੀ ਨੂੰ ਵੀ ਨਹੀਂ ਵੇਖਿਆ ਆਪਣੇ ਜੀਵਨ ਦੇ ਵਿੱਚ, ਤੇ ਕੋਈ ਵੀ ਮਨੁੱਖ ਮੁਕੰਮਲ ਰੂਪ ਦੇ ਵਿੱਚ ਤਾਂ ਇਸ ਧਰਤੀ ਨੂੰ ਵੀ ਨਹੀਂ ਦੇਖਦਾ। ਜੇ ਇੱਕ ਦੇਸ਼ ਤੋਂ ਦੂਜੇ ਦੇਸ਼ ਵੀ ਜਾਂਦਾ ਹੈ ਤਾਂ ਵੀ ਉਸ ਦੇਸ਼ ਦੀ ਵੀ ਸਾਰੀ ਧਰਤੀ ਨੂੰ ਨਹੀਂ ਵੇਖਦਾ, ਬਲਕਿ ਜਿਸ ਦੇਸ਼ ਦੇ ਵਿੱਚ ਆਪਣਾ ਜਨਮ ਹੋਇਆ ਆਪਾਂ ਤਾਂ ਇਸ ਦੇਸ਼ ਬਾਰੇ ਵੀ ਪੂਰਾ ਮੁਕੰਮਲ ਨਹੀਂ ਜਾਣਦੇ। ਕਿੰਨੀ ਵੱਡੀ ਧਰਤੀ ਹੈ, ਫਿਰ ਇੰਨਾ ਵੱਡਾ ਆਕਾਸ਼, ਆਕਾਸ਼ ਦੇ ਵਿੱਚ ਬੜਾ ਕੁਝ ਹੈ, ਪਰ ਜਿੰਨਾ ਕੁ ਵੇਖਣ ਵਿੱਚ ਆਇਆ, ਸੁਣਨ ਵਿੱਚ ਆਇਆ, ਮਨੁੱਖ ਉਹਦਾ ਆਨੰਦ ਲੈਂਦਾ ਹੈ। ਇਸੇ ਤਰ੍ਹਾਂ ਜਦੋਂ ਮਨੁੱਖ ਰੂਹਾਨੀਅਤ ਤੌਰ 'ਤੇ ਅੰਦਰੋਂ ਉਹਦੀ ਅੱਖ ਖੁੱਲ੍ਹਦੀ ਹੈ, ਰੂਹਾਨੀਅਤ ਤੌਰ 'ਤੇ ਉਹਦਾ ਅੰਧਪੁਣਾ ਦੂਰ ਹੁੰਦਾ ਹੈ, ਬੋਲਾਪਣ ਦੂਰ ਹੁੰਦਾ ਹੈ, ਤਾਂ ਉਹ ਵਾਹਿਗੁਰੂ ਨੂੰ ਵੇਖਦਾ ਹੈ, ਸੁਣਦਾ ਹੈ, ਪਰ ਅੰਤ ਨਹੀਂ ਲੈ ਸਕਦਾ। ਜਿਵੇਂ ਆਪਾਂ ਇਸ ਧਰਤੀ ਦਾ, ਇਸ ਬ੍ਰਹਿਮੰਡ ਦਾ ਅੰਤ ਨਹੀਂ ਲੈ ਸਕਦੇ, ਵਾਹਿਗੁਰੂ ਤਾਂ ਕੋਟ ਬ੍ਰਹਿਮੰਡ ਕੋ ਠਾਕੁਰ ਸੁਆਮੀ ਸਰਬ ਜੀਆਂ ਕਾ ਦਾਤਾ ਰੇ, ਉਹਦਾ ਅੰਤ ਕਿਵੇਂ ਲਿਆ ਜਾ ਸਕਦਾ ਹੈ। ਇੰਨਾ ਜ਼ਰੂਰ ਹੈ ਕਿ ਮਨੁੱਖ ਨੇ ਸਾਧਨਾ ਕਰਕੇ ਆਪਣੇ ਜੀਵਨ ਵਿੱਚੋਂ, ਰੂਹਾਨੀਅਤ ਦੇ ਪੰਧ ਵਿੱਚੋਂ ਅੰਧਪੁਣੇ ਨੂੰ, ਬੋਲੇਪਣ ਨੂੰ ਦੂਰ ਕਰਕੇ ਹੁਣ ਆਨੰਦ ਲੈ ਰਿਹਾ ਹੈ। ਉਹ ਅਵਸਥਾ ਮਹਾਰਾਜ ਇੱਥੇ ਦੱਸ ਰਹੇ ਨੇ ਕਿ ਵਾਹਿਗੁਰੂ ਦੀ ਵਿਸ਼ਾਲਤਾ ਨਜ਼ਰ ਆਉਂਦੀ ਹੈ ਔਰ ਆਪਣਾ ਊਣਾਪਣ, ਆਪਣਾ ਨੀਵਾਪਣ ਉਹ ਦਿਖਾਈ ਦੇਣ ਲੱਗ ਪੈਂਦਾ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰ ਰਹੇ ਹਨ, ਸੋਠ ਮਹੱਲਾ ਪਹਿਲਾ। ਹਉ ਪਾਪੀ ਪਤਤ ਪਰਮ ਪਾਖੰਡੀ, ਤੂੰ ਨਿਰਮਲ ਨਿਰੰਕਾਰੀ। ਹੇ ਵਾਹਿਗੁਰੂ, ਅਸੀਂ ਜੀਵ ਪਾਪੀ ਹਾਂ, ਪਤਤ ਹਾਂ, ਆਪਣੇ ਵਿੱਚ ਕਮੀਆਂ ਦਿਖਾਈ ਦੇਣ ਲੱਗ ਪੈਂਦੀਆਂ ਨੇ। ਕਦੋਂ ਦਿਖਾਈ ਦਿੰਦੀਆਂ ਨੇ? ਜਿਵੇਂ ਆਪਣੇ ਤੋਂ ਸਾਹਮਣੇ ਕੋਈ ਵੱਡਾ ਆਪਾਂ ਨੂੰ ਦਿਖਾਈ ਦੇਣ ਲੱਗ ਪਵੇ ਤੇ ਫਿਰ ਆਪਾਂ ਨੂੰ ਪਤਾ ਲੱਗਦਾ ਵੀ ਮੇਰੇ ਵਿੱਚ ਕਮੀਆਂ ਕੀ ਨੇ। ਉਸ ਤੋਂ ਪਹਿਲਾਂ ਨਹੀਂ ਦਿਖਾਈ ਦਿੰਦੀਆਂ। ਜਿਵੇਂ ਤੁਹਾਨੂੰ ਆਪਣਾ ਘਰ ਬੜਾ ਸੋਹਣਾ ਲੱਗ ਰਿਹਾ ਹੈ, ਬੜਾ ਵੱਡਾ ਲੱਗ ਰਿਹਾ ਹੈ ਨਾ, ਪਰ ਜੇ ਦਿਨ ਤੁਹਾਡੇ ਘਰ ਦੇ ਸਾਹਮਣੇ ਕਿਸੇ ਨੇ ਹੋਰ ਨੇ ਵੱਡੀ ਕੋਠੀ ਪਾਤੀ, ਜਾਂ ਕਿਸੇ ਹੋਰ ਰਿਸ਼ਤੇਦਾਰ ਦੇ ਕੋਲ ਤੁਸੀਂ ਗਏ, ਉੱਥੇ ਕਿਸੇ ਦੀ ਵੱਡੀ ਕੋਠੀ ਵੇਖੀ, ਫਿਰ ਤੁਸੀਂ ਅਨੁਮਾਨ ਲਗਾਓਗੇ, ਤੁਲਨਾ ਕਰੋਗੇ, ਮੇਰਾ ਘਰ ਤਾਂ ਇਹਦੇ ਘਰ ਦੇ ਸਾਹਮਣੇ ਬਹੁਤ ਛੋਟਾ ਹੈ। ਮੈਂ ਤਾਂ ਬਹੁਤ ਆਪਣੇ ਆਪ ਨੂੰ ਹੰਕਾਰ ਕਰੀ ਜਾਂਦਾ ਸੀ ਵੀ ਮੈਂ ਬੜਾ ਵੱਡੇ ਘਰ ਵਾਲਾ ਹਾਂ, ਪਰ ਹੁਣ ਦੂਜੇ ਦਾ ਘਰ ਵੇਖ ਕੇ, ਦੂਜੇ ਦਾ ਮਹੱਲ ਵੇਖ ਕੇ ਹੁਣ ਸਮਝ ਲੱਗੀ ਕਿ ਮੇਰਾ ਘਰ ਤਾਂ ਬਹੁਤ ਛੋਟਾ ਹੈ। ਇਸੇ ਤਰ੍ਹਾਂ ਕਾਰੋਬਾਰ ਦੇ ਵਿੱਚ ਬੰਦਾ ਜਦੋਂ ਦੂਜੇ ਨੂੰ ਵੇਖਦਾ ਹੈ, ਕਿਸੇ ਕੋਲ ਇੱਕ ਫੈਕਟਰੀ ਹੈ, ਕਿਸੇ ਕੋਲ 10 ਫੈਕਟਰੀਆਂ ਨੇ, ਇੱਕ ਵਾਲੇ ਨੇ ਪਹਿਲਾਂ 10 ਵਾਲੇ ਨੂੰ ਜਾਣਦਾ ਨਹੀਂ ਸੀ, ਜਦੋਂ ਜਾਣਿਆ ਪਤਾ ਲੱਗਾ ਮੇਰੇ ਕੋਲ ਤਾਂ ਇੱਕ ਹੈ, ਇਹਦੇ ਕੋਲ 10 ਨੇ, ਤਾਂ ਮੇਰੇ ਤੋਂ ਬਹੁਤ ਅੱਗੇ ਹੈ। 10 ਤੋਂ ਅੱਗੇ 100 ਵਾਲਾ, ਹਜ਼ਾਰਾਂ ਵਾਲਾ। ਇਸੇ ਤਰ੍ਹਾਂ ਜਦੋਂ ਤੱਕ ਆਪਾਂ ਸਿਮਰਨ ਨਹੀਂ ਨਾ ਕਰਦੇ, ਬੰਦਗੀ ਨਹੀਂ ਕਰਦੇ, ਉਦੋਂ ਤੱਕ ਸਾਨੂੰ ਵਾਹਿਗੁਰੂ ਦਾ ਵੱਡਾਪਣ ਨਜ਼ਰ ਨਹੀਂ ਆਵੇਗਾ, ਕਿਉਂਕਿ ਉਹਨੂੰ ਵੇਖ ਕੇ ਹੀ ਪਤਾ ਲੱਗੇਗਾ ਉਹ ਕਿੱਡਾ ਵੱਡਾ ਹੈ। ਤੇ ਜਦੋਂ ਉਹਦੇ ਸਾਹਮਣੇ ਗਏ ਤੇ ਉਹ ਵੱਡਾ ਆਪਾਂ ਨੂੰ ਕੋਈ ਵਡਿਆਈ ਦੇਵੇ, ਜਿਵੇਂ ਕਿਸੇ ਦੀਆਂ 100 ਫੈਕਟਰੀਆਂ ਨੇ, ਉਹ ਇੱਕ ਫੈਕਟਰੀ ਵਾਲੇ ਨੂੰ ਜਾਂ ਦਿਹਾੜੀਦਾਰ ਨੂੰ ਵਡਿਆਈ ਦੇਵੇ, ਤੇ ਜਿਹੜਾ ਛੋਟਾ ਹੈ ਉਹਨੇ ਕਹਿਣਾ ਨਹੀਂ ਮਾਲਕ ਤੂੰ ਬੜਾ ਵੱਡਾ ਹੈ, ਤੂੰ ਤੇ ਮੈਨੂੰ ਵਡਿਆਈ ਦੇ ਰਿਹਾ ਹੈ, ਪਰ ਤੂੰ ਬਹੁਤ ਵੱਡਾ ਹੈ।
मैं तो तेरे सामने कुछ भी नहीं, मेरी एक फैक्ट्री है, तेरियां सैकड़े ही फैक्ट्रियां ने। इसे तरह गुरमुख जदों रब दे नेड़े हुंदा है तो कहंदा, रब वडियाई दिंदा अपने भगतां नूं, ते भगत कह दिंदा नहीं मालक तू बहुत वड्डा है, तेरी महिमा तो परे तो परे है, बयान नहीं की जा सकती। आपां नूं वाहिगुरू वड्डा नज़र क्यों नहीं आउंदा? क्योंकि अजे आपां वाहिगुरू दे नेड़े नहीं गए। गुरु वड्डा क्यों नहीं दिखाई देंदा, जद कि सतगुरु कहता सब ते वड्डा सतगुरु नानक जिन कल राखी मेरी। असी सतगुरु दे नेड़े नहीं आए, असी सानू तो अपना भी वड्डापन इस करके नज़र आ रहा है। जदों नेड़े जावांगे पता लगेगा सतगुरु दया निध महिमा अगाध बोध। भाई गुरदास जी कहते सतगुरु की महिमा अगाध बोध है, बयान नहीं की जा सकती। नमो 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 नेत 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 है, नित ही वधी जाती है। तो पातशाह फरमान करते ने गुरमुख जदों रब दे नेड़े होया, परमात्मा ने सत्कार दिता, प्यार दिता, बख्शिश की। तो गुरमुख कहते मालक असी ते बड़े पापी जीव हाँ, तेरे सामने बड़े नीवें हाँ। हाँ पापी पतत परम पखंडी, तू निर्मल निरंकारी। असी पखंडी हाँ, पखंड करते हाँ, पापी हाँ, पाप नाल भरे हुए हाँ। और पतत हाँ, अपवित्र हाँ। तू निर्मल है, निरंकारी, आकार तो रहत है। अमृत चाग परम रस राते, ठाकुर शरण तुम्हारी। पर मालक जदों तेरी शरण विच आ गए, तेरे नाम अमृत नूं चख के परम रस विच मस्त हो गए। भाई गुरदास जी दा इस परथाए एक कवित है, वो कहंदे हे वाहिगुरु तू बड़ा बेअंत है, असी जीव पापां नाल भरे हुए हैं। भगत वशल सुन होत हो निराश, हृदय पतत पावन सुन अंतर उरधार हो। अंतर जामी सुन कंपत हो अंतरगत। जदों सुनीदा है कि तू भगत वशल है, असी निराश हो जाने आ, क्योंकि साडे कोल कोई भगती नहीं है। भगत वशल सुन होत हो निराश, हृदय पतत पावन सुन आसा उरधार हो। पर जदों सुनीदा तू पतता नूं पावन करन वाला है, मेरे मन विच भी आस बढ़ जाती है कि मेरा भी भला हो जाएगा तेरी शरण विच आउण दे नाल। अंतरजामी सुन कंपत हो अंतरगत, दीन कै दयाल सुन भै परमटार। जदों सुनीदा तू अंतरजामी है, अंदर दियां जानदा है, तो मेरा अंदर कंब जाता है। क्यों? क्योंकि अंदरों मैं बड़ा कपटी हाँ, पखंडी हाँ। अंदर मेरे बड़ा कुछ माड़ा चल रहा है। अंतरजामी सुन कंपत हो अंतरगत, दीन कै दयाल सुन भै परमटार हो। अपनी करनी कर नरक हूँ ना पावो ठोर, तुमरे बिरद कर आसरो समार हो। जे साडी करनी वाल वेखें, सानू अपनी करमी वाल वेख के पता लगता है कि असी ते नरकां विच भी थां नहीं मिल सकती। पर वाहिगुरू तेरे बिरद वाल वेखीए तो साडा भला हो जाएगा, साडा भला हो जाएगा। तेरी शरण जो तेरी शरण विच आ जाते ने, वो तेरे नाम रस नूं चख के आनंदित हो जाते ने। करता तू मैं मान निमाणे, हे वाहिगुरू तू करता है, और मेरे वर्गे निमाणे जीव नूं तू मान बख्शिया है। करता तू मैं मान निमाणे। जिवें गुरु अर्जन देव महाराज जी फरमान करते ने, राखो अपनी शरण प्रभ मोए कृपा धारे, सेवा कछु ना जानो नीच मूर्खारे।
मान करो तुद ऊपरे मेरे प्रीतम प्यारे, हम अपराधी सद भूलते तुम बख्शन हारे। मैं निमाणे नू तू मान बख्शिया है, तू बख्शिश करन वाला है, मान बख्शदा है। मान महत नाम धन पल्लै, साचै शब्द समाणे। जो तेरे नाम दे विच रते ने उन्हां नू वड्डा मान वड्डा सत्कार मिलदा है। जिन्हां दे कोल नाम दा धन आ गया ना, दुनिया दे विच मनुख काम केवल रोटी वास्ते नहीं करदा, काम करदा दुनिया विच मेरी वडियाई होवे, शोभा होवे, इस करके भी करदा है कि दुनिया विच मैनू मान मिले, सत्कार मिले। तो महाराज कहते जिन्हां दे कोल नाम दा धन है उन्हां दा दुनिया विच मान, सब तो वड्डा सत्कार रब दे प्यारियां दा हुंदा है, जो सदा वास्ते हुंदा है। जो सच्चे शब्द दे विच समाए हन राओ, तू पूरा हम ऊरे होछे, तू गौरा हम होरे। वाहिगुरु तू पूरा है, असी जीव ऊणे हाँ। तू बहुत ही गैर गंभीर है, असी बड़े हल्के जे हाँ। भाव माड़ी जी हवा दे नाल ही जिमें कख कागज़ उड्डण लग जाते ने ना, थोड़ी जी हवा चले लिफाफे कागज़ हल्के जे उड्डण लग जाते ने। सानू माड़ी जी माया की हवा मिल जाए ना तो असी भी आफर जाने हंकार दे नाल। आपां नू कोई कह देना भाई साहब तुसी पाठ बड़ा वधिया करते हो, तुसी कथा बड़ी वधिया करते हो, तुसी कीर्तन का आनंद लियाता ते हवा दे बुल्ले दा हवा दा आया है, जिमें लिफाफे उड़ते हैं फिर जीव का पैर नहीं धरती ते लगता। तुसी प्रबंध बड़ा वधिया कीता, सेवा बड़ी कीती है, जीव हवा विच उड्डण लग जाता भी हाँ वाकिया ही। वाहिगुरु परमात्मा किन्ने गुणा दा मालक है, किन्नियां बरकतां रहमतां समुंदर है, अंत ही कोई नहीं। उन्हें कदे हंकार कीता ही नहीं है। हे वाहिगुरु तू बड़ा गौरा है, तू गौरा गौरा मैंने भारा गंभीर, हम होरे असी बड़े हल्के जियां। एवें माड़ी जी हवा मिल जे ना तो जीव उड्डण लग जाता, हंकार नाल भर जाता। तां ही भगत कबीर साहब जी फरमान करते ने रब दा सेवक बनना है तां रब दे गुणां नूं याद कर, उस तरह का ही बन, रब वर्गा ही तां गल बनेगी। शुरू करते ने कबीर रोड़ा होए रो बाटका तज मन का अभिमान। हंकार छड्ड दे, रोड़ा बन जा, रोड़े पैरां विच रुलदे ने, पैरां विच गिर जा, सारियां दे निमरता नाल भर जा। कवि रोड़ा होए रो बाटका तज मन का अभिमान, रस्ते दा रोड़ा बन जा। पर कहंदे रोड़े दे विच जिथे ये गुण आ गया कि वह रुलदा पिया पैरां विच, उहदे विच एक औगण भी है। ਉਹ जिस बंदे नूं दिखाई नहीं दे रहा जां हनेरे दे विच, ਉਹ ठुड्डे दा कारण बनेगा। हनेरे विच कोई बंदा आ रहा है, ठुड्डा लग जाएगा। तो भगत कबीर साहब जी कहते कभी रोड़ा हुआ तो क्या ब्या पंथी को दुख दे, ऐसा तेरा दास है ज्यों धरनी में खे। कहते मिट्टी बन जा, रोड़ा भी चुभदा पैरां नूं, हनेरे विच दुख दा कारण बनदा, मिट्टी बन जा। कबीर खे हुई तो क्या ब्या जो उड लागै अंग, मिट्टी बिल्कुल राख बन जा। कहते मिट्टी बन के भी गल नहीं बननी, क्योंकि मिट्टी भुब्बल बन गई बिल्कुल। जदों हवा चलती जिहड़ी भुब्बल मिट्टी पैरां विच रुलदी पई है, हवा दे चलण नाल ओही साडे कपड़ियां ते सिर ते हत्थां पैरां सारे तन ते पैंदी है। कबीर खे हुई तो क्या ब्या, इस तरह का सेवक बन जा, सारियां दे पैरां दी मिट्टी बन जा, किसी नूं भी ना चुभे। पर कहंदे इत्थे भी गल बस नहीं, क्योंकि जदों हवा मिल गई ना माया दी, सरोपा गल विच पै जे ना सरोपा बंदे दे, तां भी दूजियां वाल वेखदा भी ये सारे एवें ने, मैं इन्हां नालों उत्तम हो गया हाँ। इन्नी संगत बैठी होवे ना
ਤੇ ਉਹਨਾਂ ਗੁਰਮੁਖਾਂ ਦੇ ਵਿੱਚ ਕਿਤੇ ਸਰੋਪਾ ਮਿਲ ਜੇ ਤੇ ਬੰਦਾ ਆਦਾ ਲੈ ਇਹ ਸਾਰੇ ਹੁਣ ਐਵੇਂ ਹੀ ਨੇ, ਮੈਂ ਇਹਨਾਂ ਤੋਂ ਉੱਤੇ ਹੋ ਗਿਆ ਹਾਂ। ਹੰਕਾਰ ਆ ਜਾਂਦਾ ਨਾ। ਕਬੀਰ ਖੇ ਹੋਈ ਤੋ ਕਿਆ ਵਿਆ, ਜੋ ਉੱਡ ਲਾਗੈ ਅੰਗ, ਹਰ ਜਨ ਐਸਾ ਚਾਹੀਏ ਜਿਉਂ ਪਾਣੀ ਸਰਬੰਗ। ਪਾਣੀ ਬਣ ਜਾ। ਪਾਣੀ ਦਾ ਕੀ ਸੁਭਾਅ ਹੈ, ਸਾਰੇ ਰੰਗਾਂ ਨੂੰ ਧਾਰਨ ਕਰ ਲੈਂਦਾ। ਜਿੰਨੇ ਮਰਜ਼ੀ ਉਹਦੇ ਵਿੱਚ ਰੰਗ ਪਾਈ, ਜਿਹੜੇ ਰੰਗ 'ਚ ਪਾਓ ਉਸੇ 'ਚ ਰੰਗਿਆ ਜਾਂਦਾ ਹੈ। ਉਹਦੇ ਵਿੱਚ ਵੀ ਔਗਣ ਹੈ। ਕਬੀਰ ਪਾਣੀ ਹੁਆ ਤੋ ਕਿਹਾ ਵਿਆ, ਸੀਰਾ ਤਾਤਾ ਹੋਏ। ਪਰ ਉਹ ਵੀ ਜਿਸ ਤਰ੍ਹਾਂ ਦੀ ਸੰਗਤ ਮਿਲਦੀ ਉਸ ਤਰ੍ਹਾਂ ਦਾ ਹੋ ਜਾਂਦਾ ਹੈ। ਜੇ ਉਹਨੂੰ ਅੱਗ 'ਤੇ ਰੱਖੋ ਗਰਮ ਹੋ ਜਾਂਦਾ ਹੈ, ਅਤੇ ਜੇ ਉਹਨੂੰ ਫਰਿੱਜ ਵਿੱਚ ਰੱਖੋ ਤਾਂ ਬਰਫ਼ ਬਣ ਜਾਂਦਾ ਹੈ, ਠੰਡਾ ਤੱਤਾ ਹੋ ਜਾਂਦਾ ਹੈ। ਕਬੀਰ ਪਾਣੀ ਹੁਆ ਤੋ ਕਿਹਾ ਵਿਆ, ਸੀਰਾ ਤਾਤਾ ਹੋਏ। ਫਿਰ ਕਿਸ ਤਰ੍ਹਾਂ ਦਾ ਬਣਨਾ ਹੈ? ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਰੱਬ ਵਰਗਾ ਹੀ ਬਣਨਾ ਪਵੇਗਾ, ਗੁਰੂ ਵਰਗਾ ਹੀ ਬਣਨਾ ਪਵੇਗਾ। ਸਤਿਗੁਰੂ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀ ਹੈ। ਗੁਰਬਾਣੀ ਵਰਗਾ ਹੀ ਬਣਨਾ ਹੈ ਜੋ ਗੁਰੂ ਦੀ ਬਾਣੀ ਕਹਿ ਰਹੀ ਹੈ। ਹੇ ਵਾਹਿਗੁਰੂ, ਤੂੰ ਬੜਾ ਗੌਰਾ ਭਾਰਾ ਹੈ, ਗੰਭੀਰ ਹੈ, ਅਸੀਂ ਹਲਕੇ ਹਾਂ। ਐਵੇਂ ਮਾੜੀ ਜੀ ਹਵਾ ਮਿਲ ਜੇ ਤੇ ਉੱਡਣ ਲੱਗ ਜਾਂਦੇ ਆ। ਬਸ ਮੇਰੇ ਵਰਗਾ ਤੇ ਕੋਈ ਜੰਮਣਾ ਹੀ ਨਹੀਂ ਦੁਨੀਆ ਦੇ ਵਿੱਚ, ਕਿਉਂਕਿ ਹਲਕੇ ਆ ਨਾ। ਹਵਾ ਚੱਲੇ ਨਾ ਤੇ ਹਵਾ ਦੇ ਵਿੱਚ ਤੁਸੀਂ ਵੇਖੋ ਹੁਣ ਜੇਠ ਹਾੜ ਦੇ ਮਹੀਨਿਆਂ ਵਿੱਚ ਨਾ ਬੜੇ ਹਵਾ ਦੇ ਬੁੱਲੇ ਆਉਂਦੇ ਨੇ, ਹਨੇਰੀ, ਤੇ ਜਿਹੜੇ ਕਾਗਜ਼ ਗਲੀਆਂ ਵਿੱਚ ਹੁੰਦੇ ਨੇ, ਪੈਰਾਂ ਵਿੱਚ ਰੁਲਦੇ, ਉਹ ਅਸਮਾਨ ਵਿੱਚ ਉੱਡਣ ਲੱਗ ਜਾਂਦੇ ਨੇ। ਭਾਵ ਉਹਨਾਂ ਦੀ ਪਾਇਆ ਕੁਝ ਵੀ ਨਹੀਂ ਹੁੰਦੀ, ਹਸਤੀ ਕੁਝ ਵੀ ਨਹੀਂ, ਹਵਾ ਮਿਲਣ ਦੇ ਨਾਲ ਉੱਚਾ ਉੱਡਣ ਲੱਗ ਜਾਂਦੇ ਨੇ। ਸਾਡੀ ਪਾਇਆ ਕੁਝ ਵੀ ਨਹੀਂ, ਸਾਡੇ ਵਿੱਚ ਗੁਣ ਕੋਈ ਵੀ ਨਹੀਂ ਹੈ, ਕੁਆਲਿਟੀ ਕੋਈ ਵੀ ਨਹੀਂ ਹੈ। ਬਸ ਮਾੜਾ ਜਿਹਾ ਕਹਿਤਾ ਵੀ ਤੂੰ ਬੜਾ ਵਿਦਵਾਨ ਹੈ, ਬਸ ਫੇਰ ਨਹੀਂ ਥੱਲੇ ਆਉਣਾ, ਅਸਮਾਨ ਵਿੱਚ ਹੀ ਫਿਰ ਗੇੜੇ ਖਾਈ ਜਾਂਦਾ ਹੈ। ਮਹਾਰਾਜ ਕਹਿੰਦੇ ਤੁਝੀ ਮਨ ਰਾਤੇ ਐਨਸ ਪ੍ਰਭਾਤੇ, ਹਰ ਰਸਨਾ ਜਪ ਮਨ ਰੇ। ਪਰ ਜਿਹੜੇ ਗੁਰਮੁਖ ਨੇ ਉਹ ਮਨ ਕਰਕੇ ਵਾਹਿਗੁਰੂ ਵਿੱਚ ਰੱਤੇ ਨੇ। ਕਿੰਨਾ ਕੁ ਸਮਾਂ ਰੱਤੇ ਹੋਏ ਨੇ? ਐਨਸ, ਦਿਨ ਰਾਤ ਵਾਹਿਗੁਰੂ ਦੀ ਬੰਦਗੀ ਦੇ ਵਿੱਚ। ਪ੍ਰਭਾਤੇ, ਅੰਮ੍ਰਿਤ ਵੇਲੇ ਤਾਂ ਉਹ ਖਾਸ ਕਰਕੇ ਵਾਹਿਗੁਰੂ ਦੇ ਨਾਮ ਵਿੱਚ ਜੁੜਦੇ ਨੇ। ਹਰ ਰਸਨਾ ਜਪ ਮਨ ਰੇ। ਮਨ ਵਾਹਿਗੁਰੂ ਪਰਮਾਤਮਾ ਦੇ ਨਾਮ ਨੂੰ ਤੂੰ ਜਪਣਾ ਕਰ। ਤੁਮ ਸਾਚੇ ਹਮ ਤੁਮ ਹੀ ਰਾਚੇ, ਸ਼ਬਦ ਭੇਦ ਹੁਨ ਸਾਚੇ। ਜਿਨ੍ਹਾਂ ਗੁਰਮੁਖਾਂ 'ਤੇ ਬਖਸ਼ਿਸ਼ ਹੋਈ, ਉਹ ਕਹਿੰਦੇ ਵਾਹਿਗੁਰੂ ਤੂੰ ਸਾਡੇ 'ਤੇ ਰਹਿਮਤ ਕੀਤੀ ਹੈ, ਅਸੀਂ ਤੇਰੇ ਨਾਮ ਦੇ ਵਿੱਚ ਰਚੇ ਹਾਂ, ਇਹ ਤੇਰੀ ਬਖਸ਼ਿਸ਼ ਹੋਈ ਹੈ। ਜਿਵੇਂ ਦਾਸ ਕਥਾ ਕਰ ਰਿਹਾ ਹੈ, ਕੋਈ ਕੀਰਤਨ ਕਰਦਾ, ਕੋਈ ਬਾਣੀ ਪੜ੍ਹਦਾ ਹੈ, ਇਹ ਆਪਾਂ ਨਹੀਂ ਲੱਗੇ ਗੁਰਮੁਖੋ, ਜਿਵੇਂ ਤੁਸੀਂ ਸੁਣ ਰਹੇ ਹੋ, ਇਹ ਸੁਣਨਾ ਵੀ ਬੜੀ ਵੱਡੀ ਭਗਤੀ ਹੈ। ਇਹ ਵਾਹਿਗੁਰੂ ਨੇ ਸਾਡੇ 'ਤੇ ਬਖਸ਼ਿਸ਼ ਕੀਤੀ ਹੈ। ਅਰਦਾਸ ਕਰਿਆ ਕਰੀਏ, ਮਹਾਰਾਜ ਤੁਸੀਂ ਸਾਨੂੰ ਇੰਨੇ ਜੋਗਾ ਬਣਾ ਦਿੱਤਾ ਹੈ। ਤੇਰਾ ਕੀਤਾ ਜਾਤੋ ਨਾਹੀ, ਮੈਨੂੰ ਜੋਗ ਕੀਤੋਈ। ਸਾਨੂੰ ਜੋਗ ਬਣਾਤਾ ਸੰਗਤ ਵਿੱਚ ਬੈਠਣ ਦੇ। ਨਹੀਂ ਤਾਂ ਪਤਾ ਨਹੀਂ ਕਈ ਜੇਲ੍ਹਾਂ ਵਿੱਚ ਬੰਦ ਨੇ, ਕਈ ਹਸਪਤਾਲਾਂ ਵਿੱਚ ਰੁਲਦੇ ਪਏ ਨੇ, ਕਈਆਂ ਦੇ ਘਰ ਘਾਟ ਨਹੀਂ ਗਲੀਆਂ ਵਿੱਚ ਰੁਲਦੇ ਪਏ ਨੇ। ਕਿੱਥੇ ਕਿੱਥੇ ਦੁਨੀਆ ਰੁਲਦੀ ਪਈ ਹੈ। ਕਈ ਘਰਾਂ ਵਿੱਚ ਮੰਜੇ 'ਤੇ ਬੈੱਡਾਂ 'ਤੇ ਪਏ ਨੇ, ਕਈ ਸਾਲ ਹੋ ਗਏ ਨੇ, ਨਾ ਰੋਟੀ ਨਾ ਪਾਣੀ ਨਾ ਕੁਝ। ਅਤੇ ਉਹ ਬੰਦੇ ਦੇ ਆਪਣੇ ਵੱਸ ਨਹੀਂ ਹੈ। ਜੇ ਆਪਾਂ ਇੱਥੇ ਬੈਠੇ ਹਾਂ, ਇਹ ਵੀ ਵਾਹਿਗੁਰੂ ਨੇ ਸਾਡੇ 'ਤੇ ਤਰਸ ਕੀਤਾ ਹੈ, ਦਇਆ ਕੀਤੀ ਹੈ। ਹੋ ਸਕਦਾ ਨਹੀਂ ਤੇ ਆਪਾਂ ਵੀ ਕਿਸੇ ਹਸਪਤਾਲ ਵਿੱਚ ਰੁਲਦੇ ਹੁੰਦੇ, ਕਿਤੇ ਗਲੀਆਂ ਵਿੱਚ ਰੁਲਦੇ ਹੁੰਦੇ, ਕਿਤੇ ਬੈੱਡ 'ਤੇ ਪਏ ਹੁੰਦੇ। ਅਰਦਾਸ ਸ਼ੁਕਰਾਨਾ ਮਾਲਕ ਵਾਹਿਗੁਰੂ, ਜੇ ਪ੍ਰਸਾਦ ਅਰੋਗ ਕੰਚਨ ਦੇਹੀ, ਜਿਹਦੀ ਕਿਰਪਾ ਨਾਲ ਤੇਰੀ ਇਹ ਦੇਹੀ ਅਰੋਗ ਹੈ, ਸੋਨੇ ਵਰਗੀ ਦੇਹੀ ਸੁੰਦਰ ਲੱਗ ਰਹੀ ਹੈ। ਇਹ ਵਾਹਿਗੁਰੂ ਦੀ ਕਿਰਪਾ ਹੈ। ਇਹ ਆਪਣੇ ਬਦਾਮ ਕਾਜੂ ਖਾਣ ਨਾਲ ਨਹੀਂ ਹੈ ਵੀ ਮਤਾ ਸੋਚੋ ਮੈਂ ਪਰੌਂਠੇ ਖਾਂਦਾ ਤਾਂ ਮੇਰਾ ਸਰੀਰ ਇੱਦਾਂ ਦਾ ਹੈ, ਬਈ ਕਾਜੂ ਬਦਾਮ ਜੂਸ ਪੀਂਦਾ ਤਾਂ ਨਹੀਂ। ਇਹ ਵਾਹਿਗੁਰੂ ਦੀ ਕਿਰਪਾ ਹੈ। ਇਸ ਕਰਕੇ ਸ਼ੁਕਰਾਨਾ ਕਰੀਏ ਮਹਾਰਾਜ ਦਾ, ਤੂੰ ਸਾਨੂੰ ਜੋਗ ਬਣਾਤਾ। ਨਹੀਂ ਤੇ ਹੰਕਾਰ ਤਾਂ ਹਰ ਇੱਕ ਛਿਨ ਸਾਡੇ 'ਤੇ
ਹਮਲਾ ਕਰਨ ਨੂੰ ਤਿਆਰ ਬੈਠਾ, ਬਸ ਮਾੜਾ ਜਿਹਾ ਆਪਾਂ ਮੌਕਾ ਦਈਏ ਸੀ। ਤੋ ਪਾਤਸ਼ਾਹ ਕਹਿੰਦੇ ਗੁਰਮੁਖ ਸਦਾ ਇਹੀ ਅਰਦਾਸ ਕਰਦੇ ਨੇ, ਮਾਲਕ ਤੂੰ ਸੱਚਾ ਹੈ, ਸੱਚ ਸਰੂਪ ਹੈ, ਕਿਰਪਾ ਕੀਤੀ ਅਸੀਂ ਤੇਰੇ ਨਾਮ ਦੇ ਵਿੱਚ ਜੁੜੇ ਹਾਂ। ਸ਼ਬਦ ਭੇਦ ਪੁਣ ਸਾਚੇ, ਸ਼ਬਦ ਦੇ ਭੇਦ ਦੁਆਰਾ ਵਾਹਿਗੁਰੂ ਨੂੰ ਜਾਣਨਾ ਕੀਤਾ। ਐਨਸ ਨਾਮ ਰਤੇ ਸੇ ਸੂਚੇ, ਮਰ ਜਨਮੇ ਸੇ ਕਾਚੇ। ਜਿਹੜੇ ਦਿਨ ਰਾਤ ਨਾਮ ਦੇ ਵਿੱਚ ਜੁੜੇ ਉਹ ਸੁੱਚੇ ਹੋ ਗਏ। ਜਿਹੜੇ ਨਾਮ ਤੋਂ ਟੁੱਟ ਗਏ, ਜਿਨ੍ਹਾਂ ਨੇ ਹੰਕਾਰ ਕੀਤਾ ਵੀ ਮੈਂ ਬੜਾ ਕੁਝ ਹਾਂ, ਉਹ ਜੰਮਣ ਮਰਨ ਦੇ ਗੇੜ ਵਿੱਚ ਪੈ ਗਿਆ। ਅਸ਼ੁੱਧ ਹੈ, ਪਤਤ ਹੈ, ਪਾਪੀ ਹੈ, ਕੱਚਾ ਹੈ। ਅਵਰ ਨਾ ਦਿਸੈ ਕਿਸਾ ਲਾਈ, ਤਿਸੈ ਸ਼ਰੀਕ ਨਾ ਕੋਈ। ਮਹਾਰਾਜ ਕਹਿੰਦੇ ਉਸ ਵਾਹਿਗੁਰੂ ਪਰਮਾਤਮਾ ਦੇ ਨਾਮ ਨਾਲ ਜੁੜੋ, ਉਹਦੇ ਵਰਗਾ ਹੋਰ ਕੋਈ ਦਿਸਦਾ ਹੀ ਨਹੀਂ ਦੁਨੀਆ ਦੇ ਵਿੱਚ। ਅਵਰ ਨਾ ਦਿਸੈ ਕਿਸ ਸਲਾਹੀ, ਹੋਰ ਕਿਹਦੀ ਪੂਜਾ ਕਰੀਏ, ਰੱਬ ਵਰਗਾ ਕੋਈ ਹੈ ਹੀ ਨਹੀਂ। ਤਿਸੈ ਸ਼ਰੀਕ ਨਾ ਕੋਈ, ਉਹਦੇ ਬਰਾਬਰ ਦਾ ਕੋਈ ਹੈ ਨਹੀਂ। ਪਰਨਵਤ ਨਾਨਕ ਦਾਸਨ ਦਾਸਾ, ਗੁਰਮਤਿ ਜਾਣਿਆ ਸੋਈ। ਬੇਨਤੀ ਸਹਿਤ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਗੁਰਮੁਖ ਇੱਦਾਂ ਅਰਦਾਸ ਕਰਦੇ ਨੇ, ਹੇ ਮਾਲਕ ਵਾਹਿਗੁਰੂ ਤੇਰੇ ਦਾਸਾਂ ਦਾ ਮੈਂ ਦਾਸ ਬਣ ਜਾਵਾਂ। ਇਹ ਗੁਰੂ ਦੀ ਮੱਤ ਹੈ। ਜਿਨ੍ਹਾਂ ਦੇ ਕੋਲੇ ਮੱਤ ਆ ਗਈ ਉਹਨਾਂ ਨੇ ਵਾਹਿਗੁਰੂ ਨੂੰ ਜਾਣ ਲਿਆ। ਕੀ ਜਾਣ ਲਿਆ? ਜਿਵੇਂ ਸੋਠ ਰਾਗ ਦਾ ਦੂਜਾ ਸ਼ਬਦ ਗੁਰੂ ਨਾਨਕ ਦੇਵ ਮਹਾਰਾਜ ਜੀ ਉੱਥੇ ਬਚਨ ਕੀਤੇ ਨੇ ਨਾ, ਰੱਖ ਗਰੀਬੀ ਵੇਸ। ਇਹ ਜਿਹੜੀ ਬੰਦਗੀ ਕੀਤੀ, ਨਾਮ ਜਪਣਾ ਹੈ, ਇਹਦੀ ਰਖਵਾਲੀ ਕਿਵੇਂ ਹੋਵੇਗੀ? ਬਾਣੀ ਪੜ੍ਹ ਲੈਣੀ, ਨਾਮ ਜਪ ਲੈਣਾ ਅਜੇ ਸੌਖੀ ਗੱਲ ਹੈ, ਇਹਦੀ ਰਖਵਾਲੀ ਕਰਨੀ ਔਖੀ ਹੈ। ਖੇਤੀ ਬੀਜ ਦਿੱਤੀ, ਬੀਜ ਦਿੱਤਾ ਜ਼ਿਮੀਂਦਾਰ ਨੇ, ਸੌਖਾ ਕੰਮ ਸੀ, ਪਰ ਉਹਦੀ ਰੱਖਿਆ ਕਰਨੀ ਬੜੀ ਔਖੀ ਗੱਲ ਹੈ। ਬਿਮਾਰੀਆਂ, ਜਾਨਵਰ, ਪਹਿਲਾਂ ਜਾਨਵਰ ਹਮਲਾ ਕਰਦੇ ਨੇ, ਦਾਣੇ ਕੱਢ ਕੇ ਖਾ ਜਾਂਦੇ ਨੇ, ਫਿਰ ਫਸਲ ਉੱਗ ਪਈ ਤਾਂ ਬਿਮਾਰੀਆਂ ਜਿਹੜੀਆਂ ਨੇ ਉਹ ਹਮਲਾ ਕਰਨ ਲੱਗ ਜਾਂਦੀਆਂ ਨੇ। ਬੜਾ ਧਿਆਨ ਰੱਖਣਾ ਪੈਂਦਾ ਹੈ। ਰੋਜ਼ ਜ਼ਿਮੀਂਦਾਰ ਜਿਹੜੇ ਸਬਜ਼ੀਆਂ ਬੀਜਦੇ ਨੇ, ਖਾਸ ਕਰਕੇ ਉਹਨਾਂ ਨੂੰ ਪੁੱਛ ਕੇ ਵੇਖੋ, ਨਿਗਾਹ ਮਾਰਦੇ ਸਵੇਰੇ ਸ਼ਾਮ ਕੋਈ ਕੀੜਾ ਤਾਂ ਨਹੀਂ ਆ ਗਿਆ ਖੇਤ ਵਿੱਚ, ਬਿਮਾਰੀ ਤਾਂ ਨਹੀਂ ਲੱਗ ਗਈ ਤਾਂ ਉਹਦੀ ਸਪਰੇਅ ਕਰਨੀ, ਦਵਾਈ ਕਰਨੀ ਹੈ। ਇਸੇ ਤਰ੍ਹਾਂ ਨਾਮ ਜਪਿਆ, ਅੰਮ੍ਰਿਤ ਵੇਲੇ ਉੱਠ ਕੇ ਬਾਣੀ ਪੜ੍ਹੀ, ਨਿਤਨੇਮ ਕੀਤਾ। ਇਹ ਵੀ ਵਿਚਾਰ ਰੱਖਣੀ ਹੈ ਵੀ ਕਿਤੇ ਕੋਈ ਹੰਕਾਰ ਦਾ, ਕਾਮ ਦਾ, ਕ੍ਰੋਧ ਦਾ, ਲੋਭ ਦਾ, ਹੰਕਾਰ ਦਾ ਕੀੜਾ, ਕੋਈ ਬਿਮਾਰੀ ਤੇ ਨਹੀਂ ਆ ਕੇ ਲੱਗ ਗਈ। ਪਤਾ ਨਹੀਂ ਲੱਗਦੀ ਹੁੰਦੇ, ਸੂਖਸ਼ਮ ਰੂਪ ਵਿੱਚ ਬਿਮਾਰੀ ਜਦੋਂ ਆ ਕੇ ਲੱਗਦੀ ਹੈ ਨਾ ਖੇਤ ਨੂੰ, ਉਹ ਮਾੜੀ ਜੀ ਹੁੰਦੀ, ਪਤਾ ਨਹੀਂ ਲੱਗਦੀ। 2-4 ਦਿਨਾਂ ਵਿੱਚ ਹੀ ਸਾਰਾ ਖੇਤ ਸੌਂ ਜਾਂਦਾ, ਸਾਰੀ ਫਸਲ ਸੌਂ ਜਾਂਦੀ, ਸਾਰੇ ਪਾਸੇ ਬਿਮਾਰੀ ਹਵਾ ਹੋ ਜਾਂਦੀ ਹੈ। ਇਸੇ ਤਰ੍ਹਾਂ ਇਹ ਜਿਹੜੀ ਨਿਮਰਤਾ ਰੱਖਣੀ ਹੈ, ਹਰ ਸਮੇਂ ਇਹ ਰਖਵਾਲੀ ਕਰਦੀ ਹੈ। ਇਸ ਤਰ੍ਹਾਂ ਸਾਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਪਾਵਨ ਬਾਣੀ ਦੇ ਦੁਆਰਾ ਉਪਦੇਸ਼ ਬਖਸ਼ਿਆ ਹੈ। ਸਤਿਗੁਰੂ ਦੀ ਬਾਣੀ ਅਗਾਧ ਬੋਧ ਹੈ ਗੁਰਮੁਖੋ। ਇਹਦੀ ਸਮਗਰ ਮਹਿਮਾ ਵਿਖਿਆਨ ਤਾਂ ਕੋਈ ਕਰ ਹੀ ਨਹੀਂ ਸਕਦਾ। ਜਿਉਂ ਬੁਲਾਵੇ ਤਿਉਂ ਬੋਲੇ ਸੁਆਮੀ, ਕੁਦਰਤ ਕਵਣ ਹਮਾਰੀ, ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਇਹ ਵਾਹਿਗੁਰੂ ਨੇ ਬਖਸ਼ਿਸ਼ ਕੀਤੀ, ਜਿਸ ਤਰ੍ਹਾਂ ਬੁਲਾਇਆ ਹੈ ਉਹ ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀਆਂ ਕੀਤੀਆਂ ਨੇ। ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।